ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਡੱਲੇ ਦੇ ਭਰਮ ਨੂੰ ਨਿਵਰਤ ਕਰਨਾ। ਇਸ ਸਮੇਂ ਜਦ ਗੁਰੂ ਜੀ ਬਾਹਰ ਬੈਠੇ ਸਨ ਤਾਂ ਗੱਲਾਂ ਚੱਲ ਪਈਆਂ। ਗੁਰੂ ਜੀ ਦੇ ਦੁੱਖਾਂ ਅਤੇ ਕਲੇਸ਼ਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅਫਸੋਸ ਕੀਤਾ ਜਾ ਰਿਹਾ ਸੀ। ਤਾਂ ਇਸ ਸਮੇਂ ਭਾਈ ਡੱਲੇ ਦੇ ਮਨ ਵਿੱਚ ਆਇਆ ਕਿ ਸ਼ਾਇਦ ਗੁਰੂ ਜੀ ਨੂੰ ਸਿੱਖਾਂ ਦੀ ਘਾਟ ਕਰਕੇ ਇਹ ਸਭ ਮੁਸੀਬਤਾਂ ਆਈਆਂ ਹਨ। ਉਸ ਨੂੰ ਇਹ ਵੀ ਖਿਆਲ ਆਇਆ ਕਿ ਗੁਰੂ ਜੀ ਨੂੰ ਸਾਡਾ ਪਤਾ ਤਾਂ ਸੀ, ਪਰ ਮੁਸੀਬਤ ਵੇਲੇ ਇਹਨਾਂ ਸਾਨੂੰ ਯਾਦ ਨਹੀਂ ਕੀਤਾ। ਖਬਰੇ ਜੇ ਮੇਰੇ ਜਵਾਨ ਪਹੁੰਚਦੇ ਤਾਂ ਸ਼ਾਇਦ ਸਾਹਿਬਜ਼ਾਦੇ ਬਚ ਜਾਂਦੇ ਅਤੇ ਇੰਨੇ ਕਰੜੇ ਦੁੱਖਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਉਸ ਨੇ ਗੁਰੂ ਜੀ ਨੂੰ ਕਿਹਾ, ਸੱਚੇ ਪਾਤਸ਼ਾਹ, ਬੜੇ ਅਫਸੋਸ ਦੀ ਗੱਲ ਏ ਕਿ ਤੁਸਾਂ ਮੈਨੂੰ ਜੰਗ ਦੇ ਸਮੇਂ ਯਾਦ ਨਹੀਂ ਕੀਤਾ। ਜੇ ਕਿਤੇ ਮੈਨੂੰ ਖਬਰ ਦਿੰਦੇ ਤਾਂ ਮੈਂ ਆਪਣੇ ਜਵਾਨਾਂ ਨੂੰ ਨਾਲ ਲੈ ਕੇ ਆਪ ਦੀ ਸਹਾਇਤਾ ਲਈ ਪਹੁੰਚ ਜਾਂਦਾ। ਤਾਂ ਤੁਰਕਾਂ ਦੀ ਕੀ ਤਾਕਤ ਸੀ, ਮੇਰੇ ਜਵਾਨ ਸਭ ਘੇਰੇ ਘਾਰੇ ਤੋੜ ਦਿੰਦੇ ਅਤੇ ਤੁਹਾਨੂੰ ਦੁਖੀ ਨਾ ਹੋਣ ਦਿੰਦੇ। ਗਹਿਰ ਗੰਭੀਰ ਸਤਿਗੁਰੂ ਜੀ ਬੋਲੇ, ਭਾਈ ਡੱਲਾ ਜੀ, ਇਹ ਤਾਂ ਜੋ ਕੁਝ ਹੋਇਆ ਹੈ ਸਭ ਅਕਾਲ ਪੁਰਖ ਦੇ ਪਾਣੀ ਵਿੱਚ ਹੋਇਆ ਹੈ। ਭਾਵੀ ਹੀ ਐਸੀ ਸੀ। ਪਰ ਗੁਰੂ ਜੀ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਵੀ ਡੱਲਾ ਨਾ ਸਮਝਿਆ ਅਤੇ ਉਸ ਨੇ ਆਪਣੀ ਗੱਲ ਨੂੰ ਕਈ ਵਾਰ ਦੁਹਰਾਇਆ। ਸਤਿਗੁਰੂ ਜੀ ਪੂਰੇ ਵੈਦ ਸਨ। ਡੱਲੇ ਦੇ ਹਉਮੈ ਰੋਗ ਨੂੰ ਝੱਟ ਹੀ ਜਾਣ ਗਏ ਅਤੇ ਉਹ ਸੋਚਣ ਲੱਗ ਪਏ ਸਨ ਕਿ ਸਿੱਖ ਦੇ ਭਰਮ ਦਾ ਰੋਗ ਜ਼ਰੂਰ ਹੀ ਦੂਰ ਕਰ ਦੇਣਾ ਚਾਹੀਦਾ ਹੈ। ਇਸੇ ਸਮੇਂ ਹੀ ਇੱਕ ਕਾਰੀਗਰ ਸਿੱਖ ਗੁਰੂ ਜੀ ਦੀ ਸੇਵਾ ਲਈ ਦੋਨਾਲੀ ਬੰਦੂਕ ਭੇਟਾ ਕਰਨ ਲਈ ਪੁੱਜਾ। ਇਸ ਨੇ ਬੰਦੂਕ ਦੀ ਬੜੀ ਸਿਫਤ ਕੀਤੀ। ਵਾਹ ਚੋਜੀ ਸਤਿਗੁਰੂ! ਉਹਨਾਂ ਝੱਟ ਹੀ ਡੱਲੇ ਦੇ ਬਹਾਦਰਾਂ ਦੀ ਪਰਖ ਕਰਨ ਦਾ ਫੈਸਲਾ ਕਰ ਲਿਆ। ਡੱਲਾ ਆਪਣੇ ਚੌੜੀਆਂ ਛਾਤੀਆਂ ਵਾਲੇ ਬਹਾਦਰਾਂ ਦੀ ਬੜੀ ਸਿਫਤ ਕਰਦਾ ਸੀ, ਪਰ ਸਿਦਕ ਅਤੇ ਗੁਰੂ ਭਰੋਸੇ ਉੱਤੇ ਮਰ ਮਿਟਣ ਵਾਲਿਆਂ ਦੀ ਪ੍ਰੇਮ ਕਥਾ ਦਾ ਉਸ ਨੂੰ ਗਿਆਨ ਨਹੀਂ ਸੀ। ਇਸੇ ਗਿਆਨ ਨੇ ਉਸ ਦੇ ਭਰਮ ਨੂੰ ਦੂਰ ਕਰਨਾ ਸੀ। ਸਤਿਗੁਰੂ ਜੀ ਨੇ ਬੰਦੂਕ ਹੱਥ ਵਿੱਚ ਫੜ ਲਈ ਅਤੇ ਕਿਹਾ, ਭਾਈ ਡੱਲਿਆ, ਕੋਈ ਆਪਣਾ ਬਹਾਦਰ ਲਿਆ। ਅਸੀਂ ਇਸ ਦੁਨਾਲੀ ਦਾ ਨਿਸ਼ਾਨਾ ਕਰਕੇ ਦੇਖੀਏ ਕਿ ਠੀਕ ਵੱਜਦਾ ਹੈ ਕਿ ਨਹੀਂ ਹੈ। ਇਹ ਕੀ ਗੱਲ, ਅਜਾਈ ਮੌਤੇ ਕੌਣ ਮਰੇਗਾ? ਗੁਰੂ ਜੀ ਦੀ ਗੱਲ ਸੁਣਦੇ ਹੀ ਉਸਦੇ ਹਿਰਦੇ ਨੂੰ ਹਲੂਣਾ ਵੱਜਾ, ਪਰ ਫਿਰ ਵੀ ਉਹ ਕੁਝ ਕਹੇ ਬਗੈਰ ਆਪਣੇ ਬਹਾਦਰਾਂ ਵੱਲ ਵੇਖਣ ਲੱਗਾ। ਜਿਹੜੀ ਗੱਲ ਉਸ ਦੇ ਮਨ ਨੇ ਸੋਚੀ ਸੀ ਉਹ ਗੱਲ ਸਭ ਨੇ ਕਹੀ, ਜੀ ਐਵੇਂ ਕੌਣ ਮਰੇ? ਭਾਈ ਡੱਲੇ ਨੇ ਫਿਰ ਦੁਹਰਾਇਆ, ਪਰ ਉਹ ਹੁਣ ਚੁੱਪ ਸੀ ਅਤੇ ਨਾਲ ਹੀ ਹੁਣ ਉਸ ਦੀ ਹਉਮੈ ਨੂੰ ਵੀ ਕੁਝ ਧੱਕਾ ਲੱਗਾ। ਸੁਣਦੇ ਸਾਂ, ਗੁਰੂ ਬੜਾ ਹੱਠੀ ਹੈ, ਲੜਾਕਾ ਹੈ, ਜਿਹੜੇ ਪਾਸੇ ਪਵੇ ਮੁੜਦਾ ਨਹੀਂ। ਮੈਂ ਕਾਹਨੂੰ ਛੇੜਨਾ ਸੀ? ਉਹ ਦਿਲ ਹੀ ਦਿਲ ਵਿੱਚ ਪਛਤਾਉਣ ਲੱਗਾ, ਪਰ ਅਜੇ ਇਸ ਕੌਤਕ ਦਾ ਅੰਤ ਬਾਕੀ ਸੀ ਜੋ ਸਭ ਤੋਂ ਸੁਆਦਲਾ ਅਤੇ ਸਿੱਖਿਆਦਾਇਕ ਸੀ। ਦੂਰ ਗੁਰੂ ਜੀ ਦੇ ਕੈਂਪ ਦਾ ਪਹਿਰਾ ਦੇਣ ਵਾਲੇ ਪਿਓ ਪੁੱਤਰ ਖੜ੍ਹੇ ਸਨ। ਇੱਕ ਪੱਗ ਬੰਨ੍ਹ ਕੇ ਹਟਿਆ ਸੀ ਅਤੇ ਦੂਜਾ ਬੰਨ੍ਹਣ ਦੀਆਂ ਤਿਆਰੀਆਂ ਕਰ ਰਿਹਾ ਸੀ। ਗੁਰੂ ਜੀ ਨੇ ਸੇਵਕ ਨੂੰ ਕਿਹਾ, ਉਹਨਾਂ ਦੋਹਾਂ ਨੂੰ ਜਾ ਕੇ ਸੁਨੇਹਾ ਦਿਓ ਕਿ ਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਦੇਖਣਾ ਹੈ, ਕੋਈ ਆਵੇ। ਸੇਵਕ ਨੇ ਜਾ ਕੇ ਕਿਹਾ ਤਾਂ ਪਿਓ ਪੁੱਤਰ ਦੋਵੇਂ ਹੀ ਉੱਠ ਦੌੜੇ। ਪੁੱਤਰ ਕਹੇ, ਮੈਂ ਨਿਸ਼ਾਨਾ ਬੰਨ੍ਹਣਾ ਹੈ। ਪਿਓ ਕਹੇ, ਮੈਂ। ਦੋਵੇਂ ਆ ਕੇ ਇੱਕ ਦੂਜੇ ਦੇ ਪਿੱਛੋਂ ਅੱਗੇ ਆ ਕੇ ਨਿਸ਼ਾਨਾ ਬੰਨ੍ਹਣ ਲਈ ਝਗੜਨ ਲੱਗੇ। ਡੱਲੇ ਦੇ ਇਹ ਵੇਖ ਤੌਰ ਉੱਡ ਗਏ ਅਤੇ ਇਹ ਕੀ ਬਲਾ ਹਨ, ਮਰਨ ਲਈ ਇੰਨੇ ਕਾਹਲੇ ਹਨ। ਗੁਰੂ ਜੀ ਨੇ ਕਿਹਾ, ਭਾਈ ਝਗੜੋ ਨਾ, ਦੋਵੇਂ ਹੀ ਜਿਵੇਂ ਹੋ ਖੜ੍ਹੇ ਹੋ ਜਾਓ, ਅਸੀਂ ਦੋਹਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਹਾਂ। ਇਹ ਸੁਣ ਡੱਲਾ ਹੋਰ ਵਿਸਮਤ ਹੋਇਆ ਅਤੇ ਸਿੱਖਾਂ ਨੂੰ ਇੱਕਦਮ ਚੁੱਪ ਹੋ ਨਿਸ਼ਾਨਾ ਬਣਨ ਲਈ ਖੜ੍ਹੇ ਦੇਖ ਦੰਗ ਹੋ ਗਿਆ। ਗੁਰੂ ਜੀ ਨੇ ਗੋਲੀ ਦੋਹਾਂ ਦੇ ਉੱਪਰ ਦੀ ਲੰਘਾ ਦਿੱਤੀ। ਇਸ ਮਗਰੋਂ ਗੁਰੂ ਜੀ ਨੇ ਕਿਹਾ, ਡੱਲਿਆ, ਸਾਨੂੰ ਤਾਂ ਇਹੋ ਜਿਹੇ ਸਿਦਕੀ ਸਿੱਖਾਂ ਦੀ ਲੋੜ ਹੈ ਜੋ ਮਰਨੋਂ ਨਾ ਝਕਦੇ ਨਾ ਡਰਦੇ ਹਨ। ਸਿਦਕੋਂ ਬਿਨਾਂ ਚੌੜੀਆਂ ਛਾਤੀਆਂ ਵਾਲਿਆਂ ਨੇ ਉੱਥੇ ਕੀ ਕਰਨਾ ਸੀ? ਇਹੋ ਜਿਹੇ ਸਿਦਕੀ ਸਿੰਘਾਂ ਦੇ ਸਦਕੇ ਹੀ ਅਸੀਂ ਇੱਥੇ ਆਣ ਪੁੱਜੇ ਹਾਂ। ਹੁਣ ਡੱਲੇ ਨੂੰ ਸਮਝ ਆਈ ਅਤੇ ਉਸ ਦਾ ਭਰਮ ਦੂਰ ਹੋ ਗਿਆ। ਉਸ ਨੇ ਹੱਥ ਜੋੜੇ ਅਤੇ ਖਿਮਾ ਮੰਗੀ।
ਭਾਈ ਮਨੀ ਸਿੰਘ ਤੇ ਮਾਤਾਵਾਂ ਦਿੱਲੀਓਂ ਆ ਗਏ। ਸਰਸਾ ਤੋਂ ਵਿਛੜਨ ਸਮੇਂ ਗੁਰੂ ਜੀ ਮਾਤਾਵਾਂ ਸੁੰਦਰੀ ਤੇ ਸਾਹਿਬ ਕੌਰ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਭੇਜ ਦਿੱਤਾ ਸੀ। ਕਈ ਮਹੀਨੇ ਬੀਤ ਗਏ ਸਨ। ਉਹ ਵੌੜਾ ਲੈਣ ਕਿ ਕਿਤੋਂ ਗੁਰੂ ਜੀ ਦੀ ਖਬਰ ਮਿਲੇ, ਪਰ ਆਪਣਾ ਆਪ ਵੀ ਲੁਕਾ ਕੇ ਰੱਖਦੀਆਂ ਸਨ। ਸਮਾਂ ਹੀ ਅਜਿਹਾ ਸੀ, ਗੁਰੂ ਜੀ ਚਮਕੌਰ ਮਾਛੀਵਾੜਾ ਲੰਘ ਦੀਨੇ ਆ ਕੇ ਕੁਝ ਮਹੀਨੇ ਠਹਿਰੇ। ਫਿਰ ਮੁਕਤਸਰ ਦਾ ਜੰਗ ਕਰਕੇ ਭਾਈ ਡੱਲੇ ਪਾਸ ਪੁੱਜੇ। ਉੱਧਰੋਂ ਬਾਦਸ਼ਾਹੀ ਪੁੱਛਗਿੱਛ ਕੁਝ ਘਟੀ ਤਾਂ ਮਾਤਾਵਾਂ ਦਿੱਲੀ ਵਿੱਚ ਪ੍ਰਗਟ ਹੋ ਗਈਆਂ ਤੇ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਲੱਗੀਆਂ। ਮਾਤਾਵਾਂ ਨੂੰ ਹੁਣ ਸਰੀਰਕ ਤੌਰ 'ਤੇ ਤਾਂ ਸੁੱਖ ਹੋ ਗਿਆ ਸੀ, ਪਰ ਆਤਮਾ ਅਸ਼ਾਂਤ ਸੀ। ਪਤੀ ਤੇ ਪੁੱਤਰਾਂ ਦੇ ਵਿਛੋੜੇ ਦਾ ਵਿਜੋਗ ਹਰ ਵੇਲੇ ਹੀ ਕਰੂਣਾ ਰਸ ਬਣਾਈ ਰੱਖਦਾ ਸੀ। ਦਿਨ ਵੇਲੇ ਸੋਹਣੇ ਪੁੱਤਰਾਂ ਤੇ ਪਤੀ ਗੁਰੂ ਬਾਰੇ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਰਾਤ ਵੀ ਇਵੇਂ ਹੀ ਬਹੁਤੀ ਗੁਰੂ ਯਾਦ ਵਿੱਚ ਹੀ ਬਤੀਤਦੀ। ਗੁਰੂ ਜੀ ਬਾਰੇ ਤਾਂ ਪਤਾ ਲੱਗਾ ਕਿ ਉਹ ਮਾਲਵੇ ਵਿੱਚ ਪਹੁੰਚ ਗਏ ਹਨ, ਪਰ ਪਿਆਰੇ ਪੁੱਤਰਾਂ ਦੀ ਸ਼ਹੀਦੀ ਨੇ ਆਤਮਾ ਤੜਪਾ ਦਿੱਤੀ। ਮਾਤਾਵਾਂ ਚਾਹੁੰਦੀਆਂ ਸਨ ਕਿ ਗੁਰੂ ਜੀ ਪਾਸ ਉੱਡ ਕੇ ਪਹੁੰਚ ਜਾਣ, ਪਰ ਨਾਲ ਹੀ ਵਜੀਦ ਖਾਂ ਦੀਆਂ ਫੌਜਾਂ ਦੇ ਚੜ੍ਹਨ ਦੀ ਖਬਰ ਮਿਲੀ ਤਾਂ ਵਿਚਾਰੀਆਂ ਗਮ-ਘੁੱਟ ਹੋ ਕੇ ਰਹਿ ਗਈਆਂ। ਪਰ ਜਦ ਗੁਰੂ ਜੀ ਦੀ ਫਤਿਹ ਤੇ ਗੁਰੂ ਜੀ ਦੇ ਤਲਵੰਡੀ ਠਹਿਰਨ ਦੀ ਖਬਰ ਮਿਲੀ ਤਾਂ ਭਾਈ ਮਨੀ ਸਿੰਘ ਨੇ ਝੱਟ ਹੀ 2 ਰੱਥ ਤਿਆਰ ਕਰਵਾ ਕੇ ਮਾਤਾਵਾਂ ਨੂੰ ਵਿੱਚ ਬਿਠਾ ਤਲਵੰਡੀ ਵੱਲ ਚਾਲੇ ਪਾ ਦਿੱਤੇ। ਮੰਜ਼ਲੋਂ ਮੰਜ਼ਲੀ ਤਲਵੰਡੀ ਨੇੜੇ ਆ ਪੁੱਜੇ। ਨੇੜੇ ਪੁੱਜ ਮਾਤਾਵਾਂ ਡੋਲਿਓ ਥੱਲੇ ਉਤਰ ਆਈਆਂ। ਅੱਗੇ ਖੁੱਲ੍ਹੀ ਤਾਂ ਗੁਰੂ ਜੀ ਸਿੰਘਾਸਨ 'ਤੇ ਬਿਰਾਜਮਾਨ ਸਨ। ਮਾਤਾਵਾਂ ਨੇ ਦੂਰੋਂ ਹੀ ਦਰਸ਼ਨ ਕੀਤੇ ਤੇ ਵਾਹੋ ਦਾਹੀ ਪੁੱਜ ਗੁਰੂ ਚਰਨਾਂ ਨਾਲ ਲਿਪਟ ਗਈਆਂ। ਪਤੀ ਮਿਲਾਪ ਦੀ ਖੁਸ਼ੀ ਸੀ, ਪਰ ਨਾਲ ਹੀ ਸਾਹਿਬਜ਼ਾਦਿਆਂ ਦੇ ਵਿਜੋਗ ਦਾ ਦੁੱਖ ਸੀ। ਖੁਸ਼ੀ ਤੇ ਗਮੀ ਇੱਕ ਵਾਰਗੀ ਹੀ ਉਬੜੇ। ਜਿਨ੍ਹਾਂ ਨੇ ਗਲਾ ਭਰ ਦਿੱਤਾ। ਆਵਾਜ਼ ਹੀ ਰੁਕ ਗਈ, ਪਰ ਨੇਤਰਾਂ ਵਿੱਚੋਂ ਨੀਰ ਛਮਾ-ਛਮ ਵਹਿ ਰਿਹਾ ਸੀ। ਕੁਝ ਮਿੰਟ ਤਾਂ ਸਭ ਪਾਸੇ ਕਰੂਣਾ ਰਸ ਛਾਇਆ ਰਿਹਾ। ਵਿਰਾਗ ਤੇ ਮਿਲਾਪ ਦੋਵੇਂ ਹੀ ਅਜਬ ਰੰਗ ਸਨ। ਅਖੀਰ ਸਤਿਗੁਰਾਂ ਨੇ ਧੀਰਜ ਦਿੱਤੀ। ਚਰਨਾਂ 'ਤੇ ਪਈਆਂ ਮਾਤਾਵਾਂ ਨੂੰ ਉੱਪਰ ਉਠਾਇਆ। ਗੁਰੂ ਜੀ ਦੇ ਚਰਨਾਂ ਤੋਂ ਉੱਪਰ ਉੱਠਦਿਆਂ ਹੀ ਮਾਤਾਵਾਂ ਨੇ ਚਾਰੇ ਪਾਸੇ ਸਿੱਖਾਂ ਵੱਲ ਨਜ਼ਰ ਮਾਰੀ। ਭਾਵੇਂ ਸੁਣ ਚੁੱਕੀਆਂ ਸਨ ਕਿ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਚੁੱਕੇ ਹਨ, ਪਰ ਫਿਰ ਵੀ ਅੱਖਾਂ ਉਹਨਾਂ ਨੂੰ ਦੇਖਣ ਲਈ ਚਾਰੇ ਪਾਸੇ ਫਿਰ ਰਹੀਆਂ ਸਨ। ਜਦ ਕੁਝ ਵੀ ਨਜ਼ਰ ਨਾ ਪਿਆ ਤਾਂ ਪੁੱਛਿਆ, ਮਾਤਾ ਜੀ ਕਿੱਥੇ ਹਨ? ਸਾਹਿਬਜ਼ਾਦੇ ਕਿੱਧਰ ਗਏ ਨੇ? ਆਵਾਜ਼ ਵਿੱਚ ਮਮਤਾ ਨਾਲੋਂ ਦਰਦ ਵਧੇਰੇ ਸੀ। ਗੁਰੂ ਜੀ ਵੀ ਨਾ ਬੋਲੇ। ਸਭ ਪਾਸੇ ਚੁੱਪ ਸੀ, ਪਰ ਅੱਖਾਂ ਸਭ ਦੀਆਂ ਸੱਜਲ ਸਨ। ਮਾਤਾਵਾਂ ਨੇ ਫਿਰ ਕਿਹਾ, ਦੱਸੋ ਸਾਡੇ ਪਿਆਰੇ ਸਾਹਿਬਜ਼ਾਦੇ ਤੇ ਮਾਤਾ ਜੀ ਕਿੱਥੇ ਹਨ? ਉਹ ਸਾਹਿਬਜ਼ਾਦੇ ਅਮਰ ਹੋ ਗਏ ਹਨ। ਤੁਹਾਡੀ ਕੁੱਖ ਸਫਲੀ ਕਰ ਗਏ ਹਨ। ਮਾਤਾ ਜੀ ਨੂੰ ਵੀ ਨਾਲ ਲੈ ਗਏ ਹਨ। ਹੈਂ, ਇਹ ਕੀ ਹੋ ਗਿਆ? ਮਾਤਾਵਾਂ ਨੇ ਇੱਕ ਵਾਰ ਐਸਾ ਰੁਦਨ ਕੀਤਾ ਕਿ ਕਰੂਣਾ ਰਸ ਹਾਵੀ ਹੋ ਗਿਆ, ਪਰ ਬੀਰ ਤੁਰੰਤਰ ਸਤਿਗੁਰੂ ਜੀ ਬੋਲੇ, ਰੁਦਨ ਨਾ ਕਰੋ ਤੇ ਖੁੱਲ੍ਹੀ ਨਿਗਾਹ ਨਾਲ ਤੱਕੋ। ਜੇ ਉਹ ਚਾਰੇ ਪੁੱਤਰ ਨਹੀਂ ਤਾਂ ਇਹ ਹਜ਼ਾਰਾਂ ਜੋ ਦਿਸ ਰਹੇ ਹਨ, ਇਹ ਵੀ ਤਾਂ ਸਾਡੇ ਪੁੱਤਰ ਹੀ ਹਨ। ਅੰਮ੍ਰਿਤ ਛਕਾਣ ਮਗਰੋਂ ਇਹ ਸਭੇ ਸਾਡੇ ਪੁੱਤਰ ਬਣੇ ਹਨ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਇਸ ਤਰ੍ਹਾਂ ਮਾਤਾਵਾਂ ਨੂੰ ਸਮਝਾ ਬੁਝਾ ਕੇ ਗੁਰੂ ਜੀ ਨੇ ਮਸਾਂ ਹੀ ਧੀਰਜ ਵਿੱਚ ਲਿਆਂਦਾ। ਦਮਦਮਾ ਗੁਰੂ ਕੀ ਕਾਂਛੀ ਵਿੱਚ ਨਿੱਤ ਰੌਣਕਾਂ ਵਧਦੀਆਂ ਵੇਖ ਭਾਈ ਡੱਲਾ ਬੜਾ ਖੁਸ਼ ਹੋਇਆ। ਮਾਤਾਵਾਂ ਨੂੰ ਉਸਨੇ ਕਿਲ੍ਹੇ ਵਿੱਚ ਆਪਣੇ ਘਰ ਵੱਖਰੀ ਥਾਂ ਦਿੱਤੀ। ਪਰਿਵਾਰ ਮਾਤਾਵਾਂ ਦੀ ਸੇਵਾ ਕਰੇ। ਗੁਰੂ ਜੀ ਸ਼ਿਕਾਰ ਖੇਡਣ ਦੇ ਖਿਆਲ ਨਾਲ ਜਾਂਦੇ ਤੇ ਦੂਰ ਦੂਰ ਤੱਕ ਦੇ ਪਿੰਡਾਂ ਵਿੱਚ ਫਿਰਦੇ।
ਭਾਈ ਭਗਤੂ ਦੇ ਪੁੱਤਰ ਪੋਤਰੇ ਗੁਰੂ ਜੀ ਨੂੰ ਮਿਲੇ। ਗੁਰੂ ਜੀ ਦੇ ਕਹੇ 'ਤੇ ਜਿਸ ਅੰਮ੍ਰਿਤ ਛਕਿਆ ਉਸ ਦੇ ਘਰ ਦਾ ਅੰਨ ਜਲ ਛਕਿਆ। ਹੋਰ ਦਾ ਨਾਂ ਗੁਰੂ ਜੀ ਨੂੰ ਬਠਿੰਡੇ ਦੇ ਕਿਲ੍ਹੇ ਵਿੱਚੋਂ ਕਿਉਂ ਛੱਡਣ ਦੀ ਬੇਨਤੀ ਕੀਤੀ, ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵੱਡਾ ਦੁੱਖ ਸੀ। ਗੁਰੂ ਜੀ ਕਿਲ੍ਹੇ ਵਿੱਚ ਗਏ। ਇੱਥੇ ਪਤਾ ਲੱਗਾ ਕਿ ਮਾਰੂ ਸਾਨ ਝੋਟਾ ਪਿੰਡਾਂ ਵਿੱਚ ਫਿਰਦਾ ਹੈ, ਜਿਸ ਨੇ ਕਈ ਬੰਦੇ ਮਾਰੇ ਹਨ ਅਤੇ ਕਾਬੂ ਨਹੀਂ ਆਉਂਦਾ। ਇਹ ਝੋਟਾ ਸੰਡੇ ਤੋਂ ਵੀ ਭਾਰਾ ਅਤੇ ਇੰਨਾ ਤੇਜ਼ ਦੌੜਦਾ ਸੀ ਕਿ ਟੱਕਰ ਮਾਰ ਕੇ ਜਾਂਦਾ ਜਾਂਦਾ ਮਕਾਨ ਡੇਗ ਜਾਂਦਾ ਸੀ। ਗੁਰੂ ਜੀ ਨੇ 5 ਸਿੰਘ ਭੇਜ ਕੇ ਇਸ ਝੋਟੇ ਨੂੰ ਪਕੜ ਮੰਗਵਾਇਆ ਅਤੇ ਇਸ ਦੀ ਬਲੀ ਦੇ ਕੇ ਦਿਓ ਨੂੰ ਪ੍ਰਗਟ ਕੀਤਾ। ਇਹ ਉਹ ਦਿਓ ਸੀ ਜੋ ਗੁਰੂ ਅਮਰਦਾਸ ਜੀ ਦਾ ਗੋਇੰਦਵਾਲੋਂ ਕੱਢਿਆ ਇੱਥੇ ਆ ਰਿਹਾ ਸੀ, ਪਰ ਹੁਣ ਇਹ ਗੁਰੂ ਜੀ ਦੇ ਹੁਕਮ ਨਾਲ ਸਰਹੰਦ ਵੱਲ ਚਲਾ ਗਿਆ। ਇਸ ਤਰ੍ਹਾਂ ਗੁਰੂ ਜੀ ਨੇ ਇਲਾਕੇ ਦੇ ਦੁਖੀਆਂ ਦੀ ਸਹਾਇਤਾ ਕੀਤੀ। ਇਹ ਕਿਲ੍ਹਾ ਭਾਈ ਭਗਤੂ ਦੇ ਪੁੱਤਰ ਪੋਤਰਿਆਂ ਦੇ ਕਬਜ਼ੇ ਵਿੱਚ ਸੀ। ਦਮਦਮਾ ਸਾਹਿਬ ਨੂੰ ਵਰ ਤੇ ਵਿੱਦਿਆ ਦਾ ਕੇਂਦਰ। ਗੁਰੂ ਜੀ ਨੇ ਦਮਦਮਾ ਸਾਹਿਬ ਦੇ ਤਲਾਬ ਵਿੱਚ ਇੱਕ ਦਿਨ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪਵਾਇਆ ਅਤੇ ਕਿਹਾ, ਇੱਥੋਂ ਅੰਮ੍ਰਿਤ ਛਕ ਕੇ ਸਿੰਘ ਤਿਆਰ ਹੋਣਗੇ। ਫਿਰ ਕਲਮਾਂ ਕੱਢ ਕੇ ਇੱਕ ਤਲਾਬ ਵਿੱਚ ਸੁੱਟੀਆਂ ਅਤੇ ਕਿਹਾ, ਇਹ ਗੁਰੂ ਕੀ ਕਾਂਛੀ ਹੈ। ਇੱਥੇ ਆ ਕੇ ਪੜ੍ਹਨ ਵਾਲੇ ਬੋਲ ਬੁੱਧੀ ਵੀ ਵਿਦਵਾਨ ਬਣ ਜਾਣਗੇ। ਗੁਰੂ ਜੀ ਦਾ ਇੱਥੇ ਰਹਿਣਾ ਸੁਣ ਸੂਬਾ ਸਰਹੰਦ ਨੂੰ ਨੀਂਦ ਨਹੀਂ ਸੀ ਆਉਂਦੀ। ਫਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਾਪ ਜੁਗ ਚੜ੍ਹਿਆ ਹੋਇਆ ਸੀ। ਭਾਈ ਡੱਲਾ ਜੀ ਸਰਕਾਰੀ ਜਗੀਰਦਾਰ ਹੀ ਸੀ। ਉਸ ਨੂੰ ਸੂਬੇ ਨੇ ਸੁਨੇਹਾ ਭੇਜਿਆ, ਗੁਰੂ ਬਾਦਸ਼ਾਹ ਦਾ ਬਾਗੀ ਹੈ, ਇਸ ਨੂੰ ਸਾਡੇ ਹਵਾਲੇ ਕਰ ਦੇ, ਨਹੀਂ ਤੇ ਔਖਾ ਹੋਵੇਗਾ, ਬਾਦਸ਼ਾਹ ਤੈਨੂੰ ਛੱਡੇਗਾ ਨਹੀਂ। ਪਰ ਭਾਈ ਡੱਲਾ ਸਿੰਘ ਗੁਰੂ ਜੀ ਦਾ ਪ੍ਰੇਮੀ ਅਤੇ ਥੋੜ੍ਹੇ ਦਿਨ ਹੀ ਹੋਏ ਸਨ ਉਹ ਗੁਰੂ ਜੀ ਦੀ ਪ੍ਰੇਮ ਪ੍ਰੇਰਨਾ ਨਾਲ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸੱਜ ਚੁੱਕਾ ਸੀ। ਇਸ ਲਈ ਇਸ ਨੇ ਵੀ ਲਖਮੀਰ ਸ਼ਮੀਰ ਵਾਂਗ ਸੂਬੇ ਨੂੰ ਠੋਕਵਾਂ ਉੱਤਰ ਦਿੱਤਾ ਅਤੇ ਲਿਖਿਆ, ਜੇ ਲੜਨਾ ਹੀ ਹੈ ਆ ਜਾ, ਇੱਥੇ ਢਿੱਲ ਕੋਈ ਨਹੀਂ ਓ। ਠੀਕ ਇਸ ਸਮੇਂ ਜਦੋਂ ਗੁਰੂ ਜੀ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਸਨ, ਜੰਡ ਕਰੀਰਾਂ ਅਤੇ ਪਾਣੀ ਦੀ ਅੱਥੂੜ ਵਾਲੇ ਇਲਾਕੇ ਨੂੰ ਬਾਗਾਂ ਨਹਿਰਾਂ ਵਾਲੀ ਅਤੇ ਅੰਨ ਦੇ ਭੰਡਾਰਾਂ ਵਾਲੀ ਧਰਤੀ ਹੋਣ ਦੇ ਵਰ ਦੇ ਰਹੇ ਸਨ, ਤਾਂ ਉੱਧਰ ਭਾਈ ਦਇਆ ਸਿੰਘ ਜੀ, ਜੋ ਦੀਨੇ ਤੋਂ ਗੁਰੂ ਜੀ ਦਾ ਜ਼ਫ਼ਰਨਾਮਾ, ਗੁਰੂ ਜੀ ਦੀ ਦਲੇਰਾਨਾ ਚਿੱਠੀ, ਫਤਿਹਨਾਮਾ ਲੈ ਕੇ ਗਏ ਸਨ, ਉਹ ਬੜੀ ਮੁਸ਼ਕਿਲ ਨਾਲ ਕਿਤੇ 6 ਮਹੀਨੇ ਦੇ ਯਤਨਾਂ ਮਗਰੋਂ ਔਰੰਗਜ਼ੇਬ ਦੇ ਸਾਹਮਣੇ ਰੱਖੀ, ਜਿਸ ਨੂੰ ਪੜ੍ਹ ਕੇ ਜ਼ਿੰਦਗੀ ਭਰ ਦੇ ਗੁਨਾਹਾਂ ਦੀ ਸਾਹਮਣੇ ਲਿਖੀ ਦਾਸਤਾਨ ਨੂੰ ਵੇਖ ਕੇ ਉਸ ਦਾ ਕਾਲਜਾ ਹਿੱਲ ਗਿਆ। ਸਾਰੀ ਉਮਰ ਬਸ ਕਤਲ ਅਤੇ ਜ਼ੋਰ ਜ਼ੁਲਮਾਂ ਦਾ ਫਲ ਜੋ ਦੋਜ਼ਖ ਹੈ, ਉਸ ਤੋਂ ਨਹੀਂ ਬਚੇਗਾ। ਭਾਵੇਂ ਕਿੰਨੇ ਹੱਜ ਕਰੇ, ਦੀਨਦਾਰ ਪਿਆ ਬਣੇ, ਪਰ ਰੱਬ ਦੀ ਦਰਗਾਹ ਵਿੱਚੋਂ ਤਾਂ ਸਜ਼ਾ ਹੀ ਮਿਲਣੀ ਹੈ, ਜਿਸ ਦੀ ਪੈਦਾ ਕੀਤੀ ਪਰਜਾ ਨਾਲ ਧੱਕਾ ਅਤੇ ਘੋਰ ਅਨਿਆਏ ਕਰਦਾ ਹੈ। ਇਹ ਤਾਂ ਸੀ ਜ਼ਫ਼ਰਨਾਮੇ ਦਾ ਮਜ਼ਮੂਨ। ਪਰ ਦੂਜੇ ਬੰਨੇ ਪੰਜਾਬ ਦੇ ਹਾਕਮਾਂ ਦੀਆਂ ਰਿਪੋਰਟਾਂ ਵੀ ਇਹੋ ਦੱਸਦੀਆਂ ਸਨ ਕਿ ਗੁਰੂ ਵੱਡਾ ਬਹਾਦਰ ਹੈ, ਉਹ ਘੇਰਾ ਤੋੜ ਕੇ ਬਚ ਕੇ ਨਿਕਲ ਗਿਆ ਹੈ ਅਤੇ ਹੁਣ ਮਾਲਵੇ ਜੰਗਲ ਵਿੱਚ ਹੈ, ਜਿੱਥੇ ਲੋਕ ਧੜਾ ਧੜ ਸਿੱਖ ਬਣ ਰਹੇ ਹਨ ਅਤੇ ਗੁਰੂ ਫਿਰ ਵੱਡੀ ਤਾਕਤ ਵਾਲਾ ਬਣ ਰਿਹਾ ਹੈ। ਲਖਮੀਰ ਸ਼ਮੀਰ ਅਤੇ ਭਾਈ ਡੱਲੇ ਦੇ ਕਰਾਰੇ ਉੱਤਰਾਂ ਦੀ ਰਿਪੋਰਟ ਵੀ ਬਾਦਸ਼ਾਹ ਤੱਕ ਭੇਜੀ ਗਈ। ਉੱਧਰ ਮਰਹੱਟੇ ਬੇਕਾਬੂ ਹੋ ਰਹੇ ਸਨ ਅਤੇ ਇੱਧਰ ਪੰਜਾਬ ਦੀ ਹਾਲਤ ਨੇ ਦੂਰ ਬੈਠੇ ਔਰੰਗਜ਼ੇਬ ਦੇ ਦਿਲ ਨੂੰ ਹੀ ਹਿਲਾ ਦਿੱਤਾ। ਉਸ ਨੇ ਉਸੇ ਸਮੇਂ ਗੁਰੂ ਜੀ ਨੂੰ ਲਿਖ ਭੇਜਿਆ, ਸੋ ਤੁਸੀਂ ਸੱਚਮੁੱਚ ਹੀ ਸੱਚੇ ਖੁਦਾ ਪ੍ਰਸਤ ਗੁਰੂ ਨਾਨਕ ਦੀ ਗੱਦੀ ਦੇ ਸੱਚੇ ਵਾਰਸ ਹੋ। ਮੈਂ ਭੁੱਲ ਕੀਤੀ, ਮੇਰੇ ਮਾਤਾ ਹਿੱਤਾਂ ਨੇ ਬੁੱਤ ਪ੍ਰਸਤ ਪਹਾੜੀਏ ਦੇ ਆਖੇ ਲੱਗ ਕੇ ਤੁਹਾਨੂੰ ਨਾਹਕ ਤੰਗ ਕੀਤਾ। ਇਸ ਦੀ ਸਜ਼ਾ ਮੈਂ ਉਹਨਾਂ ਨੂੰ ਦਿਆਂਗਾ, ਪਰ ਖੁਦ ਦਿੱਲੀ ਆ ਕੇ ਤੁਸੀਂ ਦੇਰ ਨਾ ਕਰੋ, ਝਟਪਟ ਮੇਰੇ ਪਾਸ ਦੱਖਣ ਪੁੱਜੋ। ਔਰੰਗਜ਼ੇਬ ਦੀ ਇਸ ਵਿੱਚ ਵੀ ਚਲਾਕੀ ਸੀ। ਭਾਵੇਂ ਉਸ ਨੇ ਸੂਬਾ ਸਰਹੰਦ ਵੱਲ ਵੀ ਤਾੜਨਾ ਭਰੀ ਚਿੱਠੀ ਲਿਖੀ ਸੀ ਕਿ
ਤੁਸੀਂ ਇੱਕ ਖੁਦਾ ਪ੍ਰਸਤ ਫਕੀਰ ਨੂੰ ਨਿਹੱਕ ਤੰਗ ਕੀਤਾ ਹੈ। ਤੁਸਾਂ ਹਜ਼ਾਰਾਂ ਸਿਪਾਹੀ ਮਰਵਾਏ ਅਤੇ ਕਰੋੜਾਂ ਰੁਪਏ ਦਾ ਸ਼ਾਹੀ ਖਰਚ ਕਰਵਾ ਦਿੱਤਾ ਹੈ। ਨਾ ਗੁਰੂ ਦਾ ਕੋਈ ਦੇਸ਼, ਨਾ ਖਜ਼ਾਨਾ ਜਿਸ ਨੂੰ ਪ੍ਰਾਪਤ ਕਰਕੇ ਇਹ ਘਾਟਾ ਪੂਰਾ ਕੀਤਾ ਜਾ ਸਕੇ। ਸੋ ਹੁਣ ਗੁਰੂ ਗੋਬਿੰਦ ਸਿੰਘ ਜੀ ਨਾਲ ਸਭ ਝਗੜੇ ਛੱਡ ਦਿਓ, ਉਹਨਾਂ ਨੂੰ ਕਿਸੇ ਕਿਸਮ ਦੀ ਰੋਕ ਨਾ ਪਾਓ। ਪਰ ਫਿਰ ਵੀ ਉਸ ਦਾ ਖਿਆਲ ਸੀ ਕਿ ਗੁਰੂ ਜੀ ਜੇ ਪੰਜਾਬ ਤੋਂ ਆ ਜਾਣ ਤਾਂ ਫਿਰ ਉੱਥੋਂ ਦੀ ਰਾਜਗੱਦੀ ਮੁੱਕ ਜਾਏਗੀ, ਮੇਰਾ ਇਸ ਪਾਸੇ ਦਾ ਫਿਕਰ ਤਾਂ ਮੁੱਕ ਜਾਏਗਾ। ਪਰ ਅੰਤਰਜਾਮੀ ਗੁਰੂ ਜੀ ਨੇ ਵੀ ਸੱਚਮੁੱਚ ਹੀ ਇਸ ਦਿਨ ਤੋਂ ਦੱਖਣ ਵੱਲ ਜਾਣ ਦੀ ਤਿਆਰੀ ਕਰ ਲਈ। ਗੁਰੂ ਜੀ ਦੀ ਦੱਖਣ ਜਾਣ ਦੀ ਤਿਆਰੀ ਤੇ ਤਲਵੰਡੀਓਂ ਕੂਚ। ਗੁਰੂ ਜੀ ਦੱਖਣ ਬਾਦਸ਼ਾਹ ਕੋਲ ਜਾ ਰਹੇ ਹਨ। ਇਹ ਖਬਰ ਹੌਲੀ ਹੌਲੀ ਸਭ ਪਾਸੇ ਫੈਲ ਗਈ। ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਇਹ ਸਰਕਾਰੀ ਨੰਬਰਦਾਰ ਸਨ। ਜਿਸ ਦਿਨ ਚਮਕੌਰ ਦੀ ਜੰਗ ਹੋਈ, ਇਹ ਉਸੇ ਦਿਨ ਸਰਹੱਦ ਵੱਲ ਮਾਮਲਾ ਧਾਰਨ ਜਾ ਰਹੇ ਸਨ। ਪਰ ਰਸਤੇ ਵਿੱਚ ਰਾਤ ਸਮੇਂ ਇਹਨਾਂ ਨੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਤੇ ਸਿੰਘਾਂ ਦੀਆਂ ਲਾਸ਼ਾਂ ਦਾ ਕਮਲੇ ਯਮਲੇ ਬੰਨ੍ਹ ਕੇ ਸੰਸਕਾਰ ਕੀਤਾ ਤੇ ਫਿਰ ਨਿਕਲ ਗਏ ਤੇ ਬਚ ਗਏ ਵੀ ਗੱਡੇ ਅਨਾਜਾਂ ਦੇ ਲੈ ਕੇ ਗੁਰੂ ਦਰਸ਼ਨਾਂ ਲਈ ਪੁੱਜੇ। ਭਾਈ ਰੂਪੇ ਦੇ ਪੋਤਰੇ ਧਰਮ ਸਿੰਘ, ਪਰਮ ਸਿੰਘ, ਬੁੱਧੂ, ਸਖੂ ਦੀਵਾਨੇ, ਸੋਢੀ ਕੋਲ ਦੇ ਪੁੱਤਰ ਪੋਤਰੇ ਭਾਈ ਦਾਨ ਸਿੰਘ, ਗੁਰਬਖਸ਼ ਸਿੰਘ, ਬਾਬੇ ਬੁੱਢੇ ਜੀ ਦੀ ਬੰਸ ਵਾਲਾ, ਬਹਿਲੋ ਕੇ, ਭਗਤੂ ਕੇ, ਭਾਈ ਫੇਰੂ ਕੇ ਆਦਿ ਸਭ ਪ੍ਰੇਮੀ ਆਪਣੇ ਨਾਲ ਇਲਾਕੇ ਦੀਆਂ ਸੰਗਤਾਂ ਸਮੇਤ ਦਰਸ਼ਨਾਂ ਲਈ ਪੁੱਜੇ। ਬਹੁਤੇ ਕਹਿਣ, ਮਹਾਰਾਜ ਦੂਰ ਨਾ ਜਾਓ, ਵਿਸਾਹਕਾਤੀ ਤੁਰਕੜੇ ਨੂੰ ਕਾਹਨੂੰ ਮਿਲਣਾ ਹੈ। ਪਰ ਭਾਵੀ ਨੂੰ ਕੌਣ ਜਾਣਦਾ ਸੀ। ਇਸ ਗੱਲ ਨੂੰ ਤਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਹੀ ਜਾਣਦੇ ਸੀ। ਗੁਰੂ ਜੀ ਨੇ ਕਿਹਾ, ਜਿਸ ਦਾ ਮਨ ਮੰਨੇ ਉਹ ਸਾਡੇ ਨਾਲ ਚੱਲੇ, ਜਿਸ ਦਾ ਨਾ ਮੰਨੇ ਉਹ ਇੱਥੇ ਹੀ ਰਹੇ। ਅਸੀਂ ਤਾਂ ਸਿੱਖ ਦੇ ਸਹਾਇਕ ਹਾਂ, ਉਹ ਕਿਤੇ ਵੀ ਰਹੇ। ਪਰ ਸਿੱਖ ਦੁਚਿੱਤੀ ਵਿੱਚ ਸਨ। ਜੇ ਨਾਲ ਨਹੀਂ ਤੁਰਦੇ ਤਾਂ ਕੰਡ ਫੇਰਨ ਵਾਲੀ ਗੱਲ ਹੁੰਦੀ ਸੀ ਤੇ ਜੇ ਨਾਲ ਜਾਣ ਤਾਂ ਪਿੱਛੋਂ ਘਰ-ਬਾਰ ਦੇ ਕੰਮ ਕਿਵੇਂ ਨਿਭਣਗੇ, ਪਰਿਵਾਰ ਕਿਵੇਂ ਦਿਨ ਕਟੀ ਕਰੇਗਾ, ਇਹ ਚਿੰਤਾ ਪੈਦਾ ਹੋ ਰਹੀ ਸੀ। ਪਰ ਤਲਵੰਡੀ ਤੋਂ ਤੁਰਨ ਸਮੇਂ ਮਹਿਲਾ ਮਾਤਾ ਸੁੰਦਰੀ ਤੇ ਸਾਹਿਬ ਕੌਰ ਨੂੰ ਦਿੱਲੀ ਜਾਣ ਦਾ ਹੁਕਮ ਦਿੱਤਾ। ਭਾਈ ਮਨੀ ਸਿੰਘ ਜੀ ਨੂੰ ਸੰਗ ਸਾਥ ਰਹਿਣ ਦਾ ਹੁਕਮ ਦਿੱਤਾ। ਮਾਤਾਵਾਂ ਕੀ ਕਰ ਸਕਦੀਆਂ ਸਨ। ਹੁਕਮ ਮੰਨ ਕੇ ਹੰਝੂ ਘੇਰਦੀਆਂ ਵਿਦਾ ਹੋ ਗਈਆਂ। ਪਰ ਉਧਰ ਕਈ ਸਿੱਖ ਗੁਰੂ ਜੀ ਨੂੰ ਦੱਖਣ ਜਾਂਦੇ ਵੇਖ ਰਾਤੋਂ ਰਾਤ ਹੀ ਪਤਰਾਵਾਚ ਗਏ। ਭਾਈ ਡੱਲਾ ਸਿੰਘ ਇੱਕ ਦੋ ਪੜਾਅ ਨਾਲ ਗਿਆ, ਪਰ ਇਹ ਵੀ ਚੁੱਪ ਕੀਤਾ ਹੀ ਮੁੜ ਆਇਆ। ਗੁਰੂ ਜੀ ਨੇ ਕੱਤਕ ਸੁਦੀ ਪੰਚਵੀਂ ਸੰਮਤ 1763 ਨੂੰ 10 ਕੁ ਮਹੀਨੇ ਤਲਵੰਡੀ ਵਾਸ ਕਰਕੇ ਉੱਥੋਂ ਚਾਲੇ ਪਾ ਦਿੱਤੇ। ਔਰੰਗਜ਼ੇਬ ਦੀ ਮੌਤ ਅਤੇ ਬਹਾਦਰ ਸ਼ਾਹ ਦਾ ਗੁਰੂ ਜੀ ਦੀ ਮਦਦ ਨਾਲ ਬਾਦਸ਼ਾਹ ਬਣਨਾ। ਗੁਰੂ ਜੀ ਤਲਵੰਡੀ ਤੋਂ ਚੱਲ ਕੇ ਰੋਜ਼ ਹੀ 7-8 ਮੀਲ ਦਾ ਸਫ਼ਰ ਤੇ ਪੜਾਅ ਕਰਦੇ ਇੱਥੋਂ ਪੁਸ਼ਕਰ ਰਾਜ ਤੀਰਥ 'ਤੇ ਪਹੁੰਚੇ। ਫਿਰ ਨਰੈਣ ਪਿੰਡ ਕਾਦੂ ਦੁਆਰੇ ਪੁੱਜੇ। ਕਾਦੂ ਦੁਆਰੇ ਦੇ ਮਹੰਤਾਂ ਨਾਲ ਗੱਲਬਾਤ ਮਗਰੋਂ ਚਲਦੇ ਚਲਦੇ ਸਰਸਾ ਪੁੱਜੇ। ਇੱਥੇ ਇੱਕ ਇਸਤਰੀ ਦੀ ਪੁਕਾਰ ਸੁਣ ਗੁਰੂ ਜੀ ਨੇ ਉਸ ਦੀ ਸਹਾਇਤਾ ਕੀਤੀ ਤੇ ਰਾਜਸਥਾਨ ਵੱਲ ਚੱਲ ਪਏ। ਅਜੇ ਬਘੌਰ ਹੀ ਪੁੱਜੇ ਸਨ ਤਾਂ ਖਬਰ ਮਿਲੀ ਕਿ ਔਰੰਗਜ਼ੇਬ ਮਰ ਗਿਆ ਹੈ। ਸ਼ਹਿਜ਼ਾਦਾ ਆਜ਼ਮ ਜੋ ਔਰੰਗਜ਼ੇਬ ਦੇ ਕੋਲ ਦੱਖਣ ਵਿੱਚ ਸੀ, ਉਸ ਨੇ 22 ਲੱਖ ਵੱਡੀ ਫੌਜ ਨੂੰ ਅਧੀਨ ਕਰਕੇ ਆਪਣੇ ਆਪ ਨੂੰ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਇੱਕ ਭਰਾ ਬੰਗਾਲ ਦਾ ਗਵਰਨਰ ਸੀ, ਉਸ ਨੂੰ ਸ਼ਹਿਜ਼ਾਦਾ ਆਜ਼ਮ ਨੇ ਮਿਲਣ ਦੇ ਬਹਾਨੇ ਬੁਲਾ ਕੇ ਕਤਲ ਕਰ ਦਿੱਤਾ। ਉਹ ਦੱਖਣ ਤੋਂ ਵੱਡੀ ਫੌਜ ਸਮੇਤ ਆਗਰੇ ਵੱਲ ਤੁਰ ਪਿਆ। ਬਹਾਦਰ ਸ਼ਾਹ ਉਸ ਸਮੇਂ ਰੋਹਤਾਸ ਜੇਹਲਮ ਵਿੱਚ ਸੀ। ਵੱਡੇ ਹੋਣ ਦੇ ਨਾਤੇ ਬਾਦਸ਼ਾਹ ਉਸ ਨੇ ਬਣਨਾ ਸੀ, ਪਰ ਉਸ ਕੋਲ 10 ਲੱਖ ਫੌਜ ਸੀ।
ਭਾਈ ਨੰਦ ਲਾਲ ਅਨੰਦਪੁਰ ਛੱਡਣ ਮਗਰੋਂ ਫਿਰ ਇਸ ਕੋਲ ਚਲਾ ਗਿਆ ਸੀ। ਇਹ ਵੀ ਝਟਪਟ ਆਗਰੇ ਪਹੁੰਚ ਕੇ ਕਿਲ੍ਹੇ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਬਹਾਦਰ ਸ਼ਾਹ ਨੂੰ ਪਤਾ ਲੱਗਾ ਸੀ ਕਿ ਬਹੁਤੇ ਅਮੀਰ ਵਜ਼ੀਰ ਉਸ ਦੇ ਭਰਾ ਨੇ ਗੰਢ ਲਏ ਹਨ। ਇਸ ਲਈ ਭਾਈ ਨੰਦ ਲਾਲ ਜੀ ਦੀ ਸਲਾਹ ਨਾਲ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਲਈ ਅਤੇ ਭਾਈ ਨੰਦ ਲਾਲ ਜੀ ਉਚੇਚੇ ਤੌਰ 'ਤੇ ਗੁਰੂ ਜੀ ਕੋਲ ਬਘੌਰ ਭੇਜੇ। ਗੁਰੂ ਜੀ ਨੇ ਭਾਈ ਧਰਮ ਸਿੰਘ ਜੀ ਦੀ ਜਥੇਦਾਰੀ ਹੇਠ ਕੁਝ ਸਿੰਘ ਬਹਾਦਰ ਸ਼ਾਹ ਦੀ ਮਦਦ ਲਈ ਭੇਜੇ। ਜਾਜੂ ਦੇ ਮੁਕਾਮ 'ਤੇ ਦੋਹਾਂ ਦਲਾਂ ਦਾ ਮੁਕਾਬਲਾ ਹੋ ਗਿਆ। ਕਹਿੰਦੇ ਹਨ ਗੁਰੂ ਜੀ ਦੇ ਤੀਰ ਨਾਲ ਸ਼ਹਿਜ਼ਾਦਾ ਆਜ਼ਮ, ਜਿਸ ਨੂੰ ਫਤਿਹ ਦੀ ਵੱਡੀ ਆਸ ਸੀ, ਮਾਰਿਆ ਗਿਆ। ਬਹਾਦਰ ਸ਼ਾਹ ਦੀ ਫਤਿਹ ਹੋ ਗਈ। ਸਾਰੇ ਅਮੀਰ ਵਜ਼ੀਰ ਹੁਣ ਇੱਕਦਮ ਬਹਾਦਰ ਸ਼ਾਹ ਨੂੰ ਨਜ਼ਰਾਨੇ ਦੇ ਕੇ ਮਿਲ ਪਏ। ਉਹ ਭਾਵੇਂ ਇਸੇ ਸਮੇਂ ਗੁਰੂ ਜੀ ਦਾ ਧੰਨਵਾਦ ਕਰਨ ਲਈ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ, ਪਰ ਰਾਜਕਾਜ ਦੇ ਵੱਡੇ ਸਿਲਸਿਲੇ ਦਾ ਮਾਮਲਾ ਸੀ। ਇਸ ਲਈ ਉਸਨੇ ਭਾਈ ਧਰਮ ਸਿੰਘ ਜੀ ਹੱਥ ਗੁਰੂ ਜੀ ਨੂੰ ਬੇਨਤੀ ਕਰ ਘੱਲੀ ਕਿ ਉਸ ਨੂੰ ਆਗਰੇ ਆ ਕੇ ਮਿਲਣ। ਕਹਿੰਦੇ ਹਨ ਕਿ ਭਾਈ ਨੰਦ ਲਾਲ ਜੀ ਵੀ ਇਸ ਸੁਨੇਹੇ ਲਈ ਗੁਰੂ ਜੀ ਕੋਲ ਪੁੱਜੇ। ਬਘੌਰ ਦਾ ਰਾਜਾ ਵੀ ਗੁਰੂ ਜੀ ਦਾ ਸੇਵਕ ਬਣ ਚੁੱਕਾ ਸੀ ਅਤੇ ਉਸ ਨੂੰ ਗੁਰੂ ਜੀ ਦੇ ਵਿਛੜਨ 'ਤੇ ਦੁੱਖ ਹੋਇਆ, ਪਰ ਗੁਰੂ ਜੀ ਦੇ ਉਪਦੇਸ਼ ਨਾਲ ਸ਼ਾਂਤੀ ਪ੍ਰਾਪਤ ਕੀਤੀ। ਗੁਰੂ ਜੀ ਉੱਥੋਂ ਆਗਰੇ ਪੁੱਜੇ ਅਤੇ ਸ਼ਹਿਰ ਤੋਂ ਬਾਹਰ ਇੱਕ ਖੁੱਲ੍ਹੀ ਥਾਂ 'ਤੇ ਡੇਰਾ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।